श्री गुरु नानक पद पंकज बंदना पद पंकज बंदना सिमरो अंगद दुख निकंदना दुख निकंदना अमरदास गुर हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला जी परम कृपाला गुरु गोबिंद सिंह विशाला गुरु गोबिंद सिंह विशाला तरों तरा पुर पुन पुन सीसा जी पुन पुन सीसा बंदो बार बार जगदीशा बंदो बार बार जगदीशा। साध संगत जीओ, आप जी संध्या दे दीवाना दे अंदर गुरु साहब जी की पावन हजूरी अंदर हाजरी भर रहे हो, क्योंकि जिस चीज़ दे विच मनुख की रुचि हुंदी है, मनुख उसे चीज़ दे विच जाके बहुता समा बिताउणा चाहुंदा है। इत्थे बैठिया जे किसी मनुख ने हिसाब लगाउणा होए कि दी रुचि कित्थे है, इत्थों जाके थां थां ते दुकानां ते जाके बह के जिथे जिथे लोग बैठे ने इस टाइम 5-6 बजे बैठते ने, उन्हां लोकां नूं वेख के ये पता लग सकदा है इहदी रुचि कित्थे है। जिथे मनुख की रुचि हुंदी है उत्थे जाके वो बैठदा है, बिना रुचि तो नहीं कित्थे बैठदा। जे असल दे विच एक होर भी चीज़ है, मनुख की रुचि जे पदार्थां विच है, फिर जिथे पदार्थ इकट्ठे करन दी गल चलेगी, पदार्थां दे आनंद माणन दी गल चलेगी, उत्थे ही जाके मनुख बैठेगा। जिहदी रुचि थोड़ी जी परमात्मा दे विच लग गई है, और परमात्मा विच रुचि किहदी लगदी है, ये भी आप ध्यान नाल सरवण करो। जिहड़े मनुख नूं अपना जीवन छोटा लगन लग गया है, मौत वड्डी लगदी है, उहदी रुचि परमात्मा विच हो जाती है, अन्यथा हर बंदे दी नहीं हुंदी। हरेक मनुख की रुचि परमात्मा विच नहीं जुड़दी, उहदी जुड़ जाती है जिन्हों अपना जीवन मृत्यु तो छोटा लगन लग गया, जिन्हों मृत्यु वड्डी लगती है। एक होर भी गल है, ज्यों ज्यों मनुख सत संगत विच बैठदा है, जिथे परमात्मा की गल चले, बंदगी की गल चले, जे उत्थे रोज़ रोज़ बैठेगा, उहदा बंदगी वास्ते मन होर वधेगा, उहदी रुचि रोज़ रोज़ वधेगी। जिवें मनुख जाके ठंड दे जिथे बहुत ज़्यादा ठंड है उत्थे बैठ ही जाए, बस
ਉਹਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਮੈਨੂੰ ਠੰਡ ਲੱਗੇ, ਠੰਡ ਆਪਣੇ ਆਪ ਹੀ ਲੱਗ ਜਾਏਗੀ। ਜੇ ਕੋਈ ਮਨੁੱਖ ਦੁਰਮਤੀਆਂ ਦੀ ਸੰਗਤ ਕਰਦਾ ਹੈ, ਜਿਹਦੀ ਪ੍ਰਭੂ ਦੇ ਨਾਲ ਕੋਈ ਇੰਟਰਸਟ ਨਹੀਂ, ਰੁਚੀ ਨਹੀਂ, ਐਸੇ ਵਿਸ਼ਈ ਮਨੁੱਖਾਂ ਦੀ ਸੰਗਤ ਕਰਦਾ ਹੈ, ਹਜੇ ਬੈਠਦਾ ਹੀ ਹੈ, ਇੱਕ ਦਿਨ ਐਸਾ ਹੋਏਗਾ ਉਹ ਵੀ ਵਿਸ਼ਈ ਬਣ ਜਾਏਗਾ। ਨਸ਼ੇ ਵਾਲਿਆਂ 'ਚ ਬੈਠਾ ਨਸ਼ੇੜੀ ਬਣ ਜਾਏਗਾ। ਐਵੇਂ ਜੇ ਪ੍ਰਭੂ ਦੀ ਬੰਦਗੀ ਵਾਲੇ ਸਥਾਨ ਤੇ ਬੈਠਦਾ ਹੈ, ਉਹਨੂੰ ਕਹਿਣ ਦੀ ਲੋੜ ਨਹੀਂ, ਇੱਕ ਦਿਨ ਬੰਦਗੀ ਆਪਣੇ ਆਪ ਹੀ ਕਰਨ ਲੱਗ ਜਾਏਗਾ। ਕਿਉਂਕਿ ਰੋਜ਼ ਰੋਜ਼ ਜਦੋਂ ਉਹਦੇ ਬਾਰੇ ਸੁਣੇਗਾ, ਜਿਹਦੇ ਗੁਣਾਂ ਬਾਰੇ ਅਸੀਂ ਰੋਜ਼ ਰੋਜ਼ ਸੁਣਦੇ ਹਾਂ, ਮਨੁੱਖ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਦੁਨੀਆ ਤੇ ਬਹੁਤਾ ਪ੍ਰਭਾਵ ਸੀਰੀਅਲ ਦਾ ਹੈ, ਪਿਕਚਰ ਦਾ ਹੈ। ਇਸ ਕਰਕੇ ਹਰੇਕ ਮਨੁੱਖ ਐਕਟਰ ਬਣਨਾ ਚਾਹੁੰਦਾ, ਐਕਟਰੈਸ ਬਣਨਾ ਚਾਹੁੰਦਾ। ਪ੍ਰਭਾਵ ਹੈ। ਕਿਉਂ ਬਣਨਾ ਚਾਹੁੰਦਾ? ਦੁਨੀਆ ਤੇ ਜਿਹੜੀ ਚੀਜ਼ ਵਿੱਚ ਜ਼ਿਆਦਾ ਸਮਾਂ ਬਿਤਾਏਗਾ, ਮਨੁੱਖ ਵੈਸਾ ਹੀ ਬਣਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਜਿਹੜੀ ਸਤ ਸੰਗਤ ਹੁੰਦੀ ਹੈ, ਇਹ ਮਨੁੱਖ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਂਦੀ ਹੈ। ਪਰ ਸਤ ਸੰਗਤ ਦੀ ਮਹੱਤਵਤਾ ਮਨੁੱਖ ਨੂੰ ਉਦੋਂ ਪਤਾ ਲੱਗੇਗੀ ਜਦੋਂ ਇਹਦੇ ਵਿੱਚ ਆ ਕੇ ਬੈਠੇਗਾ। ਹੌਲੀ ਹੌਲੀ ਬਦਲਾਅ ਆਉਂਦਾ, ਇੱਕਦਮ ਨਹੀਂ। ਪਰ ਮਨੁੱਖ ਦੀ ਹਾਲਾਤ ਉਹ ਮੈਂਡਕ ਵਰਗੀ ਹੈ, ਜਿਹੜਾ ਖੂਹ ਦੇ ਵਿੱਚ ਜਨਮਿਆ ਔਰ ਖੂਹ ਵਿੱਚ ਦੀ ਛਾਲਾ ਮਾਰਦਾ ਰਿਹਾ, ਕੂਏ ਵਿੱਚ ਹੀ, ਤੇ ਆਪਣੀ ਜ਼ਿੰਦਗੀ ਵਿੱਚ ਇਹ ਦਾਅਵਾ ਕਰ ਬੈਠਾ ਖੂਹ ਤੋਂ ਵੱਡਾ ਦੁਨੀਆ ਤੇ ਸਰੋਵਰ ਹੀ ਕੋਈ ਨਹੀਂ ਹੈ। ਉਹਦਾ ਦਾਅਵਾ ਵੀ ਠੀਕ ਹੈ। ਕਿਉਂ ਦਾਅਵਾ? ਇਸ ਲਈ ਠੀਕ ਹੈ, ਖੂਹ ਤੋਂ ਬਾਹਰ ਅੱਜ ਤਾਈਂ ਗਿਆ ਹੀ ਨਹੀਂ। ਇਸ ਕਰਕੇ ਮਨੁੱਖ ਅੱਜ ਸਿਰਫ ਤੇ ਸਿਰਫ ਰੋਟੀ ਤਾਈਂ, ਖਾਣ ਪੀਣ ਤਾਈਂ ਸੀਮਿਤ ਰਹਿ ਗਿਆ, ਪਾਉਣ ਤਾਈਂ ਸੀਮਿਤ ਰਹਿ ਗਿਆ। ਕਾਰਨ ਕੀ ਹੈ? ਕਦੇ ਇਹ ਤੋਂ ਬਾਹਰ ਦਿਮਾਗ ਗਿਆ ਹੀ ਨਹੀਂ, ਸੁਰਤ ਕਦੇ ਗਈ ਨਹੀਂ। ਜੇ ਸੁਰਤ ਕਦੀ ਇਹ ਤੋਂ ਬਾਹਰ ਜਾਏ ਤੇ ਕਦੇ ਇਹਨੂੰ ਪਤਾ ਲੱਗੇ ਜਿੱਥੇ ਤੂੰ ਖੜਾ ਹੈ ਬਹੁਤ ਵੱਡਾ ਪ੍ਰੋਸੈਸ ਹੈ ਦੁਨੀਆ ਦਾ। ਇੱਥੇ ਆਨੰਦ ਦਾ ਘੇਰਾ ਬਹੁਤ ਵੱਡਾ ਹੈ। ਪਰ ਸਾਧ ਸੰਗਤ, ਜਿਹੜਾ ਮਨੁੱਖ ਅੱਜ ਤਾਈਂ ਭਾਰਤ ਵਿੱਚ ਰਿਹਾ ਹੈ, ਅਮਰੀਕਾ ਵਿੱਚ ਨਹੀਂ ਗਿਆ, ਉਹਨੂੰ ਅਮਰੀਕਾ ਦੇ ਕੀ ਆਨੰਦ ਨੇ, ਕੀ ਉੱਥੋਂ ਦੇ ਹਾਲਾਤ ਨੇ, ਉਹਦੇ ਬਾਰੇ ਨਹੀਂ ਪਤਾ ਲੱਗਦਾ। ਇਸ ਕਰਕੇ ਗੁਰੂ ਮਹਾਰਾਜ ਜੀ ਇਹ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਮਨੁੱਖ ਸਤ ਸੰਗਤ ਵਿੱਚ ਨਹੀਂ ਆਉਂਦਾ, ਵੈਸੇ ਦੇ ਇੱਥੇ ਆਇਆ ਵੀ ਤਾਂ ਜਾਂਦਾ ਹੈ, ਕੋਈ ਕਰਮ ਇਹਦਾ ਜਾਗ ਗਏ, ਕੋਈ ਨਿਰਮਲ ਕਰਮ ਜਾਂ ਤੇ ਅੱਜ ਦਾ ਕੀਤਾ ਹੋਇਆ ਜਾਂ ਕੋਈ ਪੂਰਬਲਾ, ਕੋਈ ਨਿਰਮਲ ਕਰਮ ਜਾਗ ਜਾਏ ਤਾਂ ਆਇਆ ਜਾਂਦਾ ਹੈ। ਜੇ ਨਿਰਮਲ ਕਰਮ ਨਹੀਂ ਜਾਗਿਆ, ਫਿਰ ਇਹਦੇ ਵਿੱਚ ਨਾ ਬੈਠਿਆ ਜਾਂਦਾ, ਨਾ ਰੁਚੀ ਆਉਂਦੀ ਹੈ। ਇਹ ਕਿਤੇ ਕਿਰਪਾ ਹੋ ਜਾਏ। ਕੱਲ ਤਾਈਂ ਆਪਾਂ ਇਹ ਸ਼ਰਵਣ ਕੀਤਾ ਸੀ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਰਗਾ ਦਾਸ ਨੂੰ ਇਹ ਆਸ਼ੀਸ਼ ਬਖਸ਼ ਕੇ, ਇਹ ਆਸ਼ੀਰਵਾਦ ਬਖਸ਼ ਦਿੱਤਾ, ਤੇਰਾ ਲੋਕ ਵੀ ਸੁਖੀ ਹੋ ਜਾਏਗਾ, ਪਰਲੋਕ ਵੀ ਸੁਖੀ ਹੋ ਜਾਏਗਾ। ਉਸ ਤੋਂ ਬਾਅਦ ਹੁਣ ਦੁਬਾਰਾ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਨੇ। ਹੁਣ ਕਿਵੇਂ ਉੱਥੇ ਜਾ ਕੇ ਸਥਿਤ ਹੁੰਦੇ ਨੇ, ਇਹ ਕਥਾ ਹੁਣ ਅੱਗੇ ਚੱਲਦੀ ਹੈ। ਆਓ ਬੜੇ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ। ਗੁਰਮੰਤਰ ਜਪੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਪੁਰੰਤਰ ਅਮਰ ਗੁਰ ਸਦਾ ਚਾਹਤ ਉਪਕਾਰ। ਧਰਮ ਦੇ ਆਚਾਰਯ ਗੁਰੂ ਅਮਰਦਾਸ ਜੀ ਹਮੇਸ਼ਾ ਉਪਕਾਰ ਹੀ ਆਪਣੇ ਮਨ ਵਿੱਚ ਚਿਤਵਦੇ ਰਹਿੰਦੇ ਨੇ। ਹਮੇਸ਼ਾ ਇਹੀ ਸੋਚਦੇ ਨੇ ਕਿਸੇ ਨਾ ਕਿਸੇ ਦਾ ਭਲਾ ਕਰ ਦਿੱਤਾ ਜਾਵੇ। ਰਚਪੇ ਤੀਰਥ ਬਾਵਲੀ ਸਿੱਖਿਆਨ ਹੇਤ ਉਧਾਰ। ਸਿੱਖਾਂ ਦੇ ਉਧਾਰ ਵਾਸਤੇ ਉਹ ਇੱਕ ਬਾਵਲੀ ਦੀ ਰਚਨਾ ਕਰਨਾ ਚਾਹੁੰਦੇ ਨੇ। ਬਾਵਲੀ ਕਹਿੰਦੇ ਨੇ ਉਹ ਵਾਲਾ ਖੂਹ ਜਿਹਦੇ ਵਿੱਚ ਪੌੜੀਆਂ ਹੁੰਦੀਆਂ ਨੇ। ਹੁੰਦਾ ਉਹ ਵੀ ਖੂਹ ਹੀ ਹੈ, ਪਰ ਉਸ ਖੂਹ ਦੇ ਪੌੜੀਆਂ ਹੁੰਦੀਆਂ ਨੇ। ਮਹਾਰਾਜ ਜੀ ਇੱਕ ਬਾਉਲੀ ਦੀ ਰਚਨਾ ਕਰਨੀ ਚਾਹੁੰਦੇ ਨੇ
ਜਿਸ ਦੇ ਨਾਲ ਸਿੱਖਾਂ ਦਾ ਉਧਾਰ ਹੋ ਜਾਵੇ। ਇੱਕ ਦਿਨ ਸਭਾ ਮਝਾਰ ਉਚਾਰਾ, ਇਹਾਂ ਬਾਵਲੀ ਲੱਗੈ ਉਧਾਰਾ। ਇੱਕ ਦਿਨ ਸਭਾ ਦੇ ਵਿੱਚ ਬੈਠੇ ਸਨ, ਦਰਬਾਰ ਲੱਗਿਆ ਹੋਇਆ ਸੀ। ਸਾਰੀ ਸੰਗਤ ਦੇ ਵਿੱਚ ਮਹਾਰਾਜ ਜੀ ਨੇ ਕਿਹਾ, ਅਸੀਂ ਇੱਥੇ ਇੱਕ ਬਾਉਲੀ, ਇੱਕ ਖੂਹ ਬਣਾਉਣਾ ਚਾਹੁੰਦੇ ਹਾਂ। ਸਿੱਖ ਸੰਗਤ ਦਰਸ਼ਨ ਕੋ ਆਵਹਿ, ਸਭ ਮਿਲ ਗੁਰ ਤੀਰਥ ਜਲ ਨਾਵਹਿ। ਸਾਰੀ ਸੰਗਤ ਮਿਲ ਕੇ ਗੁਰੂ ਦੇ ਇਹ ਪਾਵਨ ਤੀਰਥ ਤੇ ਆਉਂਦੀ ਹੈ, ਇਹ ਪਾਵਨ ਸਥਾਨ ਤੇ ਆਉਂਦੀ ਹੈ। ਸਾਰੀ ਸੰਗਤ ਇੱਥੇ ਇਸ਼ਨਾਨ ਵੀ ਕਰੇਗੀ, ਨਾਲੇ ਦੂਰੋਂ ਦੂਰੋਂ ਆਉਂਦੇ ਨੇ, ਪਾਣੀ ਦੀ ਵੀ ਕਿੱਲਤ ਹੈ, ਸਾਰੀ ਸੰਗਤ ਜਲ ਵੀ ਛਕ ਲਿਆ ਕਰੇਗੀ। ਇਮ ਕਹਿ ਸਤਿਗੁਰ ਆਇਸ ਦੀਨਸ, ਲਿਖੋ ਹੁਕਮਨਾਮੇ ਹਿਤ ਚੀਨਸ। ਇਸ ਕਰਕੇ ਗੁਰੂ ਜੀ ਨੇ ਹੁਕਮ ਦਿੱਤਾ ਕਿ ਸਾਰੀ ਸੰਗਤ ਨੂੰ ਹੁਕਮਨਾਮੇ ਲਿਖ ਦੇਵੋ, ਚਿੱਠੀਆਂ ਲਿਖੋ, ਤਾਂ ਜੋ ਸਾਰੀ ਸੰਗਤ ਇੱਥੇ ਆ ਸਕੇ। ਤੀਰਥ ਕੀ ਤਿਆਰੀ ਗੁਰ ਕਰੈ, ਹੋਏ ਨਿਹਾਲ ਸੇਵਾ ਹਿਤ ਧਰੈ। ਬੜੀ ਸੰਗਤ ਨੂੰ ਮਹਾਰਾਜ ਤਿਆਰੀ ਕਰ ਰਹੇ ਨੇ ਤੀਰਥ ਦੀ, ਬੜੀ ਸੰਗਤ ਨੂੰ ਪਰਵਾਨੇ ਲਿਖ ਕੇ ਭੇਜ ਦਿੱਤੇ ਹਨ। ਪਾਰੋ ਨੇ ਲਿਖ ਸਗਲ ਪਠਾਏ, ਪੂਰ ਗ੍ਰਾਮਣ ਤੇ ਸੁਣ ਸਿੱਖ ਆਏ। ਭਾਈ ਪਾਰੋ ਜੀ ਨੇ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਨੇ। ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਸੰਗਤ ਸ਼੍ਰੀ ਗੋਇੰਦਵਾਲ ਸਾਹਿਬ ਚੱਲਣ ਲੱਗ ਪਈ ਹੈ। ਭਇਓ ਮੇਲ ਸੰਗਤ ਕੋ ਭਾਰੋ, ਜਥਾ ਸ਼ਕਤ ਲੈ ਆਵਹਿ ਕਾਰੋ। ਬੜੀ ਸੰਗਤ ਆਪਣੀ ਆਪਣੀ ਜਿੰਨੀ ਯੋਗਤਾ ਹੈ ਉਹਦੇ ਅਨੁਸਾਰ ਸੇਵਾ ਲੈ ਕੇ ਆਉਂਦੀ ਹੈ। ਨਾਲ ਦੀ ਨਾਲ ਬੜਾ ਵੱਡਾ ਭਾਰੀ ਮੇਲਾ ਉੱਥੇ ਬਣ ਗਿਆ ਹੈ। ਦਰਸ਼ਨ ਹੇਤ ਚੌਂਪ ਚਿਤ ਧਾਰੇ, ਸੇਵਾ ਠਾਨੈ ਗੁਰੂ ਅਗਾਰੇ। ਦਰਸ਼ਨਾਂ ਵਾਸਤੇ ਵੀ ਬੜਾ ਉਲਾਸ ਹੈ ਤੇ ਸੰਗਤ ਬੜੀ ਮਿਹਨਤ ਦੇ ਨਾਲ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪਹੁੰਚ ਰਹੀ ਹੈ। ਮਿਲ ਗੁਰ ਪਗ ਕੋ ਬੰਧਨ ਠਾਨੈ, ਧਰਹਿ ਭਾਉ ਆਪਣਾ ਆਪਣੋ ਹਿਤ ਜਾਣੈ। ਸੰਗਤ ਬੜੇ ਪ੍ਰੇਮ ਦੇ ਨਾਲ ਗੁਰੂ ਨੂੰ ਵੰਦਨਾ ਕਰਦੀ ਹੈ, ਬੜੀ ਮਹਾਰਾਜ ਜੀ ਤੋਂ ਮਿਹਰ ਲੈਂਦੀ ਹੈ, ਕਿਉਂਕਿ ਸਾਧ ਸੰਗਤ ਗੁਰੂ ਦੇ ਜਿਹੜੇ ਦਰਸ਼ਨ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਹੀ ਤੀਰਥ ਹੁੰਦਾ ਹੈ। ਗੁਰੂ ਦੇ ਬਚਨ ਆਪਣੇ ਆਪ ਵਿੱਚ ਹੀ ਤੀਰਥ ਦਾ ਇਸ਼ਨਾਨ ਹੈ। ਬਾਬਾ ਫਰੀਦ ਸਾਹਿਬ ਜੀ ਦੀ ਜ਼ਿੰਦਗੀ ਵਿੱਚ ਜਦੋਂ ਅਸੀਂ ਵੇਖਦੇ ਹਾਂ, ਵੈਸੇ ਤੇ ਉਹਨਾਂ ਦੀ ਪਹਿਲੀ ਮਾਂ ਉਹਨਾਂ ਦੀ ਮਾਤਾ ਸੀ, ਕਿਉਂਕਿ ਬਾਬਾ ਫਰੀਦ ਸਾਹਿਬ ਦੀ ਮਾਤਾ ਨੇ ਉਹਨਾਂ ਨੂੰ ਕਿਹਾ ਸੀ, ਬੇਟਾ ਤੂੰ ਭਗਵਾਨ ਦੀ, ਰੱਬ ਦੀ ਬੰਦਗੀ ਕਰਿਆ ਕਰ। ਛੋਟੇ ਸਨ, ਕਹਿੰਦੇ ਮਾਂ ਜੇ ਰੱਬ ਦੀ ਬੰਦਗੀ ਕਰਾਂਗੇ ਰੱਬ ਕੀ ਦੇਵੇਗਾ। ਉਦੋਂ ਜਿਹੜਾ ਗੁੜ ਹੁੰਦਾ ਸੀ ਇਹੀ ਮਿਠਾਈ ਹੁੰਦੀ ਸੀ। ਕਹਿੰਦੇ ਬੇਟਾ ਜੇ ਰੱਬ ਦੀ ਬੰਦਗੀ ਕਰੀਏ ਨਾ ਰੱਬ ਮਿਠਾਈ ਦਿੰਦਾ ਹੈ। ਜਿਵੇਂ ਅੱਜ ਆਪਾਂ ਚੋਕਲੇਟ ਕਹਿੰਦੇ ਹਾਂ, ਉਦੋਂ ਗੁੜ ਵੱਡੀ ਮਿਠਾਈ ਸੀ ਬੱਚਿਆਂ ਨੂੰ। ਕਹਿੰਦੇ ਮਾਂ ਮਿਠਾਈ ਦੇਵੇਗਾ, ਕਹਿੰਦੇ ਹਾਂ। ਬਾਬੇ ਫਰੀਦ ਨੇ ਉਹ ਜਿਹੜਾ ਮੁਸੱਲਾ ਹੁੰਦਾ ਵਿਛਾਉਣ ਵਾਲਾ ਕੱਪੜਾ, ਉਹਦੀ ਮਾਂ ਨੇ ਪਹਿਲਾਂ ਵਿਛਾਉਣਾ, ਥੱਲੇ ਗੁੜ ਰੱਖ ਦੇਣਾ। ਬਾਬੇ ਫਰੀਦ ਸਾਹਿਬ ਨੇ ਬੰਦਗੀ ਕਰਕੇ ਉੱਠਣਾ, ਤੁਹਾਨੂੰ ਗੁੜ ਲੱਭਣਾ, ਬੜਾ ਖੁਸ਼ ਹੋਣਾ, ਰੱਬ ਨੇ ਬੜਾ ਗੁੜ ਦਿੱਤਾ। ਵੈਸੇ ਤੇ ਮਾਂ ਨੇ ਇਸ ਬੰਨੇ ਤੋਰਿਆ ਬੰਦਗੀ ਵਾਲੇ। ਇੱਕ ਭਗਤ ਧਰੂ ਦੀ ਮਾਂ, ਉਸ ਮਾਂ ਨੇ ਵੀ ਧਰੂ ਭਗਤ ਨੂੰ ਬੰਦਗੀ ਵੱਲੇ ਤੋਰਿਆ। ਤੇ ਇੱਕ ਬਾਬੇ ਫਰੀਦ ਸਾਹਿਬ ਦੀ ਮਾਂ, ਉਹਨੇ ਵੀ ਬਾਬਾ ਫਰੀਦ ਸਾਹਿਬ ਨੂੰ ਬੰਦਗੀ ਵੱਲੇ ਤੋਰਿਆ। ਬਾਬਾ ਫਰੀਦ ਸਾਹਿਬ 3 ਵਾਰੀ ਗਏ ਨੇ ਭਗਤੀ ਕਰਨ। 2 ਵਾਰੀ ਮਾਂ ਨੇ ਉਪਦੇਸ਼ ਦਿੱਤਾ, ਤੀਜੀ ਵਾਰੀ ਮਾਂ ਨੇ ਕਿਹਾ ਬੇਟਾ ਬਿਨਾਂ ਮੁਰਸ਼ਦ ਤੋਂ ਮੰਜ਼ਲਾਂ ਨਹੀਂ ਮਿਲਦੀਆਂ, ਤੂੰ ਮੁਰਸ਼ਦ ਕੋਲ ਜਾ ਕਿਸੇ ਕੋਲ। ਉਦੋਂ ਫਿਰ 2 ਹੀ ਗੁਰੂ ਹੁੰਦੇ ਸਨ ਉਹਨਾਂ ਦੇ ਮਜ਼ਹਬ ਦੇ। ਇੱਕ ਦਾ ਨਾਂ ਸੀ ਬਖਤਿਆਰ ਕਾਕੀ, ਬੜੇ ਪਹੁੰਚੇ ਹੋਏ ਕਾਮਲ ਫਕੀਰ ਸਨ, ਦਿੱਲੀ ਵਿੱਚ ਉਹ ਰਹਿੰਦੇ ਸੀ। ਇੱਕ ਅਜਮੇਰ ਸ਼ਰੀਫ ਰਹਿੰਦੇ ਸਨ ਚਿਸ਼ਤੀ ਜੀ। ਇਹ ਬਖਤਿਆਰ ਕਾਕੀ ਦੇ ਕੋਲ ਉੱਥੇ ਪਹੁੰਚ ਗਏ। ਦਿਨ ਰਾਤ ਆਪਣੇ ਗੁਰੂ ਦੀ ਸੇਵਾ ਕਰਦੇ ਨੇ, ਬੜੀ ਮਿਹਨਤ ਦੇ ਨਾਲ ਸੇਵਾ ਕੀਤੀ। ਇੱਕ ਦਿਨ ਇਹਨਾਂ ਦੇ ਗੁਰੂ ਸਾਹਿਬ ਨੇ ਸੋਚਿਆ ਵੀ ਚਲੋ ਸੇਵਾ ਤੇ ਇਹ ਕਰਦੇ ਨੇ। ਇਹਨੇ ਕਿਹਾ ਫਰੀਦ
उठ खड़ा हो, मैनू पुत्र अग चाहिदी है, मैं इशनान करना है। नेरी बड़ी चली, चारे बन्ने मीह बरस रहा है। फरीद साहब सोचते ने अग तो किते भी नहीं, पर गुरु ने हुक्म दिता है, हुक्म भी अपनाना है। कहते गुरु जी मैं लैके आना। फरीद साहब चल पे, दूर वेख्या घर दे विच अग बलदी है। घर दे विच पहुंचे, कुदरती वो घर वेशवा दा सी। फरीद साहब कहते ने मैनू अग चाहिदी है। वो कहती इत्थे ते पैसिਆਂ दा व्यापार हुंदा है। कहते मेरे गुरु ने नहाउणा है, अग दे दे। कहते नहीं पैसे चाहिए ने, फिर लै जा। कहते मेरे कोल ते पैसे नहीं। कहते 1 रुपया लगेगा, पैसे दे अग लै जा। गुरु ने कैसी परीक्षा पा दी। कहते पैसे ते नहीं। कहते एवें कर, फिर अपनी एक अख ही कढ़ के दे जा, अख कढ़ के दे जा, अग लै जा। पर यह हुंदा साध संगत जिन्हां ने इत्थों ताईं विद्यार्थी विच ते शिष्य विच बड़ा फर्क हुंदा है। विद्यार्थी जिहड़ा हुंदा है वह ज्ञान चाहुंदा हुंदा है, शिष्य जिहड़ा हुंदा है वह अनुभव चाहुंदा है। शिष्य बन भी हो सकता है जिहड़ा अपना सीस लवाउण वास्ते भी राजी होवे, क्योंकि वैसे तो उन्होंने पता हुंदा है ये काम किसे आउणा नहीं। शिक्षक नूं ये पता लग जाता है, क्योंकि गुरु की खोज करेगा ही होए वो बंदा जिन्हों कोई माड़ा मोटा सच बारे पता लग्या है, जिन्हों अपनी जिंदगी दे विच जीवन छोटा लग पिया, मौत वड्डी लग पई, तुरेगा ही गुरु की खोज चो। हरेक बंदा नहीं तुरदा। असां वेखदे आ किन्ने क लोग ने जिहड़े ज्ञान दे गुरुआं दे मुतलाशी ने। नहीं, लोग गुरु दे डेरे ते भी जाते ने, बंदगी नाम भी आपां सब कुछ लैने आ, पर उन्नी मेहनत नहीं असीं करदे। ਉਹਦਾ कोई गुरु का थोड़ी ना कसूर हुंदा इहदे विच, क्योंकि मनुख सिर्फ लोकाचारी च चला जाता है। हुण वो मनुख ही शिक्ष बन सकता है जिहड़ा अपने सिर नूं भी छोटे भी मेरे सीस की कदर भी की है। जे इनू मैं गुरु अगे भेंट कर देवां फिर तो ठीक है, वैसे ही एक दिन अग च सड़ जाना है। हुण बाबे फरीद साहब कहंदा कोई नहीं, अख लै ला। अख कड्ढी उन्हें देती, अख ते पट्टी बन के अपने मुरशद दे कोल आए, अग बाली, इशनान कराया। कहंदा अज ते फरीद आनंद आ गया इशनान करन दा। कहंदे अख ते पट्टी क्यों बन्नी है? कहंदे गुरु जी अख आ गई है। आउण दा मतलब पंजाबी क्यों पंजाबी हो, आउण दा मतलब हुंदा है भी अख दुखदी है या इहदे विच लाली आ गई है। कहंदे गुरु जी अख आ गई है। कहंदा वेख ला फिर कि पता आ गई होए। बाबे फरीद साहब ने पट्टी खोली, अख आ गई। गुरु की कृपा, क्योंकि मुरशद बड़ा कामल है। इस करके जेड़े सिख गुरु अमरदास जी के कोल आ रहे ने ना सेवा करने, वो नहीं हन। उन्होंने विच उत्साह ये है भी सब कुछ गुरु नूं अर्पण है। उन्होंने कह दिता मेरा मुझ में कुछ नहीं, जो कुछ है सो तेरा। पर जिहड़ा विद्यार्थी हुंदा ना, वो सिर्फ ज्ञान चाहुंदा है। कहंदे एक बारी ना विद्यार्थी को सवाल बड़े हुंदे ने, शिक्षक अनुभव करना चाहुंदा है। नाम जप जप के अनुभव, ज्ञान तो दुनिया कोल है, पर जिन्ने ज्ञानी ने किते पहुंचे हुए थोड़ी ना ने, ज्ञानी तो दुनिया है। कहंदे एक विद्यार्थी रब के दरबार च पहुंच गया। रब उन्होंने पुछदा की चाहिदा है? कहंदे मेरे कुछ सवाल ने। कहंदे सवाल वो वाला पुछी जिन्हों अनुभव कर सके। कहंदे मेरे सवाल है। कहंदे पुछ सवाल। कहंदे रब जी मौत की हुंदी है? रब ने किरपान फड़ी, सिर ला दिता। कहंदे सिर क्यों लाया? हुण पुछण वाला तो पुछेगा। कहंदे जिहड़ी मौत है ये अखरां विच नहीं दसी जाती, ये अनुभव ही की जाती है। प्रार्थना, आशीर्वाद, जन्म मरण ये दसिया नहीं दसे जाते, ये अनुभव किए जाते हैं। अरदास अनुभव की जा सकती है। मैं प्रार्थना बारे बहुत कुछ बोल सकदा, पर हरेक नूं अनुभव नहीं करा सकता। अनुभव आपो अपना है। आप जिन्ना जपांगे उन्ना अनुभव सानू होएगा। ये गुरु दे कोल सारे चले गए ने,
ਗੁਰੂ ਨੇ ਜਿਵੇਂ ਜਿਵੇਂ ਭਾਈ ਪਾਰੋ ਨੇ ਚਿੱਠੀਆਂ ਲਿਖੀਆਂ, ਸਾਰੇ ਸਿੱਖ ਗੁਰੂ ਦੇ ਪ੍ਰੇਮ ਵਿੱਚ ਗੋਇੰਦਵਾਲ ਸਾਹਿਬ ਪਹੁੰਚ ਰਹੇ ਹਨ। ਮਿਲ ਗੁਰ ਪਗ ਕੋ ਬੰਧਨ ਠਾਨੈ, ਧਰੈ ਭਾਉ ਆਪਣਾ ਹਿਤ ਜਾਣੈ। ਆ ਕੇ ਮਹਾਰਾਜ ਦੇ ਪੈਰੀ ਮੱਥਾ ਟੇਕਦੇ ਨੇ, ਨਾਲ ਭਾਉ ਦੇ ਨਾਲ ਨਮਸਕਾਰਾਂ ਕਰਦੇ ਨੇ, ਸੋਚਦੇ ਨੇ ਕਿਤੇ ਪਿਆਰ ਨਾਲ ਮੱਥਾ ਟੇਕਾਂਗੇ, ਕਿਤੇ ਗੁਰੂ ਨਾਲ ਪ੍ਰੇਮ ਹੀ ਵੱਧ ਜਾਏ। ਇਹ ਕੋਈ ਪਤਾ ਨਹੀਂ ਕਿਹੜੀ ਗੱਲ ਤੋਂ ਗੁਰੂ ਨੇ ਖੁਸ਼ ਹੋ ਜਾਣਾ, ਇਹ ਨਹੀਂ ਪਤਾ ਕਿਸੇ ਨੂੰ। ਪਰਮਾਤਮਾ ਕਿਹੜੀ ਗੱਲ ਤੋਂ ਮਨੁੱਖ ਤੇ ਖੁਸ਼ ਹੋ ਜਾਏ ਇਹ ਥੋੜੀ ਨਾ ਪਤਾ ਕਿਸੇ ਨੂੰ। ਪਤਾ ਨਹੀਂ ਕਿਹੜੇ ਬਚਨ ਕਿਸੇ ਨੂੰ ਕਹਿਣ ਦੇ ਨਾਲ ਖੁਸ਼ ਹੋ ਜਾਏ। ਇਸ ਕਰਕੇ ਕਹਿੰਦੇ ਨੇ ਹਮੇਸ਼ਾ ਮਨੁੱਖ ਇੱਕ ਕੰਮ ਤੇ ਯਾਦ ਹੀ ਰੱਖੇ, ਆਪਣੇ ਮੁਖ ਤੋਂ ਇੱਕ ਫਿੱਕਾ ਨਾ ਗਲਾਏ। ਬਾਬਾ ਫਰੀਦ ਜੀ, ਸਭਨਾ ਮੈਂ ਸੱਚਾ ਧਣੀ। ਮੂੰਹ ਦੇ ਵਿੱਚੋਂ ਕਦੇ ਫਿੱਕਾ ਬੋਲ ਨਾ ਬੋਲੇ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਐਸਾ ਬੋਲ ਨਾ ਕਦੇ ਬੋਲੇ ਜਿਹੜਾ ਕਦੇ ਕਿਸੇ ਨੂੰ ਦੁੱਖ ਦਿੰਦਾ ਹੋਏ। ਮੈਂ ਉਸ ਦਿਨ ਵੀ ਬੇਨਤੀ ਕੀਤੀ, ਭਾਵੇਂ ਸੱਚਾਈ ਹੈ ਪਰ ਜੇ ਉਹਦੇ ਵਿੱਚ ਰੁੱਖਾਪਣ ਹੈ ਨਾ, ਥੋੜਾ ਵੇਖ ਕੇ ਬੋਲਣਾ ਚਾਹੀਦਾ, ਅਗਲੇ ਦਾ ਹਿਰਦਾ ਨਾ ਕਿਤੇ ਦਿਖਾ ਦੇ। ਉਹ ਸਿੱਖ ਆ ਕੇ ਮਹਾਰਾਜ ਨੂੰ ਮੱਥਾ ਟੇਕਦੇ ਨੇ, ਸੋਚਦੇ ਨੇ ਕਿਤੇ ਪਿਆਰ ਨਾਲ ਮੱਥਾ ਟੇਕਾਂਗੇ, ਗੁਰੂ ਸਾਹਿਬ ਸਾਡੇ ਨਾਲ ਪ੍ਰੇਮ ਹੀ ਕਰ ਲੈਣਗੇ। ਸਭ ਸੰਗਤ ਕੋ ਸੰਗ ਸੋ ਲੀਨ, ਬਹੁ ਮਿਸ਼ਟਾਨ ਮੰਗਾਵਣ ਕੀਨ। ਗੁਰੂ ਅਮਰਦਾਸ ਜੀ ਖੜੇ ਹੋਏ, ਸਾਰੀ ਸੰਗਤ ਨੂੰ ਨਾਲ ਲੈ ਲਿਆ ਅਤੇ ਸਾਰੇ ਸਿੱਖਾਂ ਨੂੰ ਕਿਹਾ, ਭਾਈ ਬਹੁਤ ਜ਼ਿਆਦੀ ਮਠਾਈ ਲੈ ਕੇ ਆਵੋ। ਥਲ ਸੁੰਦਰ ਪਿਖ ਪਾਸ ਬਿਪਾਸਾ, ਡਿਗਪੁਰ ਗੋਇੰਦਵਾਲ ਪ੍ਰਕਾਸ਼ਾ। ਬਿਆਸਾ ਦਰਿਆ ਦੇ ਕੰਢੇ ਤੇ ਜਿੱਥੇ ਬੜਾ ਵਧੀਆ ਨਗਰ ਮਹਾਰਾਜ ਨੇ ਵਸਾਇਆ ਗੋਇੰਦਵਾਲ। ਅੱਜ ਵੀ ਬਿਆਸ ਦਰਿਆ ਹੈ ਨਾ, ਜਿਹੜਾ ਬਿਆਸ ਸ਼ਹਿਰ ਤੋਂ ਅੱਗੇ ਆ ਕੇ ਗੋਇੰਦਵਾਲ ਸਾਹਿਬ ਜਿਹੜਾ ਹੈ ਬਿਆਸ ਦਰਿਆ ਦੇ ਕੰਢੇ ਤੇ ਹੀ ਹੈ। ਬਿਆਸ ਦਰਿਆ ਦੇ ਕੰਢੇ ਤੇ ਮਹਾਰਾਜ ਜੀ ਨੇ ਜਿੱਥੇ ਆਪਣਾ ਨਗਰ ਬਣਾਇਆ ਹੈ, ਉੱਥੇ ਹੀ ਸਾਹਿਬ ਜੀ ਇੱਕ ਬੌਲੀ ਬਣਾਉਣੀ ਚਾਹੁੰਦੇ ਹਨ। ਮੰਦ ਮੰਦ ਪਦ ਸੁੰਦਰ ਧਰਹੀ, ਸੰਗ ਸੰਗਤਾਂ ਭੀਰ ਨਹਿਰੀ। ਮਹਾਰਾਜ ਜੀ ਹੌਲੀ ਹੌਲੀ ਕਦਮ ਧਰਦੇ ਨੇ, ਧਰਦਿਆਂ ਧਰਦਿਆਂ ਸੰਗਤ ਨਾਲ ਜਿਹੜੀ ਹੈ ਗੁਰੂ ਸਾਹਿਬ ਦੇ ਚੱਲ ਰਹੀ ਹੈ। ਸੁਫਲ ਜਾਣ ਗੁਰ ਇਸ ਸਥਿਤ ਭਏ, ਟਕ ਲਾਵਨ ਕੀ ਆਇਸ ਦੇ। ਚੰਗਾ ਸਥਾਨ ਵੇਖ ਕੇ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਭਾਈ ਇੱਥੋਂ ਜ਼ਮੀਨ ਪੁੱਟੋ, ਜਿਹੜੀ ਅਸੀਂ ਬੌਲੀ ਬਣਾਉਣੀ ਹੈ, ਪਾਣੀ ਵਾਸਤੇ ਜਿਹੜਾ ਖੂਹ ਬਣਾਉਣਾ ਹੈ, ਇਸ ਥਾਂ ਤੇ ਬਣਾਵਾਂਗੇ। ਬੂਟੇ ਪ੍ਰਥਮ ਕਹੀ ਕਰ ਗਹੀ, ਜਹ ਗੁਰ ਕਹੀ ਤੀਰਥ ਕਰ ਸਹੀ। ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਪਹਿਲਾਂ ਕਹੀ ਨੂੰ ਆਪਣੇ ਹੱਥ ਵਿੱਚ ਫੜਿਆ, ਜਿੱਥੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਉੱਥੇ ਹੀ ਟੱਕ ਲਗਾ ਦਿੱਤਾ ਹੈ। ਤਹ ਤੇ ਮਾਟੀ ਲੀਨ ਪੁਟਾਈ, ਭਰੀ ਟੋਕਰੀ ਸਿਰ ਧਰ ਸਾਟੀ। ਨਾਲ ਦੀ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੋਂ ਇੱਕ ਟੋਕਰੀ ਭਰੀ ਮਿੱਟੀ ਦੀ ਸਿਰ ਦੇ ਉੱਤੇ ਰੱਖ ਕੇ ਦੂਜੀ ਥਾਂ ਤੇ ਸੁੱਟ ਦਿੱਤੀ ਹੈ। ਬਹੁਰੋ ਸਕਲ ਸਿੱਖਿਆ ਲਗ ਪਰੇ, ਧਰੇ ਚੌਂਪ ਸੇਵਾ ਹਿਤ ਕਰੇ। ਉਸ ਤੋਂ ਬਾਅਦ ਬੜੇ ਜ਼ਿਆਦਾ ਸਿੱਖ ਵੀ ਸੇਵਾ ਕਰਨ ਲੱਗ ਪਏ, ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਹਨ। ਸਤਿਗੁਰ ਖਰੇ ਕਰਾਵਤ ਕਾਰ, ਸੰਗਤ ਕਰਤ ਚੌਂਪ ਚਿਤ ਧਾਰ। ਸਤਿਗੁਰੂ ਜੀ ਖੜੇ ਹੋ ਕੇ ਕਾਰ ਸੇਵਾ ਕਰਾ ਰਹੇ ਨੇ, ਸੰਗਤ ਜਿਹੜੀ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀ ਹੈ। ਜਹ ਕਹਿ ਪਸਰ ਗਇਓ ਬਿਰ ਤੰਤੂ, ਤੀਰਥ ਰਚਿਓ ਗੁਰੂ ਭਗਵੰਤੂ। ਜਿੱਥੋਂ ਜਿੱਥੋਂ ਤੈਂ ਵੀ ਦੁਨੀਆ ਨੂੰ ਪਤਾ ਲੱਗਿਆ, ਇਹ ਜਸ ਫੈਲ ਗਿਆ, ਗੁਰੂ ਅਮਰਦਾਸ ਜੀ ਮਹਾਰਾਜ ਬੜੇ ਵੱਡੇ ਤੀਰਥ ਦੀ ਰਚਨਾ ਕਰ ਰਹੇ ਹਨ। ਨਿਜ ਘਰ ਤੇ ਕਈਆਂ ਬਹੁ ਲਿਆਵੇਂ, ਸਿਰ ਪਰ ਧਰੇ ਟੋਕਰੇ ਆਵੇਂ। ਬੜੇ ਸਿੱਖ ਜਿਹੜੇ ਆਪਣੇ ਘਰੋਂ ਹੀ ਕਈਆਂ ਲੈ ਕੇ ਆਉਂਦੇ ਨੇ, ਕਈਆਂ ਲੈ ਕੇ ਨਾਲ ਦੀ ਨਾਲ ਸਿਰਾਂ ਤੇ ਟੋਕਰੇ ਧਰ ਕੇ ਆਉਂਦੇ ਹਨ। ਜਿਉ ਜਿਉ ਸੇਵ ਕਰਹਿ ਧਰ ਭਾਊ, ਤਿਉ ਤਿਉ ਸਤਿਗੁਰ ਹੋਤ ਪਸਾਊ। ਜਿਵੇਂ ਜਿਵੇਂ ਮਹਾਰਾਜ ਜੀ ਉਹ ਸੇਵਾ ਕਰੀ ਜਾਂਦੇ ਨੇ, ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵਧੀ ਜਾਂਦਾ ਹੈ। ਨਿਤ ਪ੍ਰਤ ਕਰਤ ਕਾਰ ਨਰ ਬ੍ਰਿੰਦ,
ਕੱਢ ਹੈ ਮਾਟੀ ਖੋਦ ਬਿਲਿੰਦ। ਦਿਨ ਪ੍ਰਤ ਜਿਹੜੇ ਸਿੱਖ ਨੇ ਉਹ ਕਾਜ ਕਰੀ ਜਾਂਦੇ ਨੇ, ਬੜੀ ਮਿੱਟੀ ਨੂੰ ਕੱਢ ਕੱਢ ਕੇ ਬਾਹਰ ਸੁੱਟੀ ਜਾਂਦੇ ਹਨ। ਸੰਗਤ ਕਾਰ ਕਰਤ ਤਹਿ ਜੇਤੀ, ਅਚਹਿ ਦੇਗ ਤੇ ਭੋਜਨ ਤੇਤੀ। ਜਿੰਨੀ ਵੀ ਸੰਗਤ ਉੱਥੇ ਕਾਰਜ ਕਰ ਰਹੀ ਹੈ, ਉਨੀ ਸੰਗਤ ਉੱਥੇ ਹੀ ਲੰਗਰ ਛਕਦੀ ਹੈ। ਲਗਹਿ ਮਿਹਨਤੀ ਤਨ ਜੇ ਆਏ, ਸੋ ਦੋਏ ਟਕੇ ਦਿਹਾੜੀ ਪਾਏ। ਜਿੰਨੇ ਵੀ ਮਿਹਨਤੀ ਲੋਕ ਆਉਂਦੇ ਨੇ, ਕਿਉਂਕਿ ਸਾਰੇ ਤੇ ਸ਼ਰਧਾਲੂ ਨਹੀਂ ਸਨ, ਕੁਛ ਨਾਲ ਦੂਜੇ ਵੀ ਆਉਂਦੇ ਨੇ ਜਿਹੜੇ ਦਿਹਾੜੀ ਕਰਦੇ ਨੇ, ਮਹਾਰਾਜ ਉਹਨਾਂ ਨੂੰ ਫਿਰ ਦਿਹਾੜੀ ਦਿੰਦੇ ਨੇ। ਸਾਧ ਸੰਗਤ, ਇੱਕ ਵਾਰੀ ਬਾਬਾ ਫਰੀਦ ਜੀ ਦੇ ਨਾਲ ਇਹ ਵਾਪਰਿਆ। ਬਾਬਾ ਫਰੀਦ ਸਾਹਿਬ ਜੀ ਪਹਿਲਾਂ ਦਿੱਲੀ ਰਹਿੰਦੇ ਸੀ, ਦਿੱਲੀੋਂ ਹਾਂਸੀ ਤੁਰੇ। ਹਾਂਸੀ ਤੋਂ ਉਹਨਾਂ ਮੁਲਤਾਨ ਜਾਣਾ ਸੀ। ਰਾਹ ਵਿੱਚ ਜਾਂਦਿਆਂ ਨੇ ਇੱਕ ਰਾਜਾ ਆਪਣਾ ਮਹਿਲ ਬਣਾ ਰਿਹਾ ਸੀ, ਕਿਲੇ ਦੀ ਕੰਧ ਬਣਾਉਣੀ ਸੀ। ਬੜੇ ਮਜ਼ਦੂਰ ਉਹਨੇ ਲਾਏ, ਪਰ ਮਜ਼ਦੂਰ ਕਿਵੇਂ ਲਾਏ? ਜਿਵੇਂ ਰਾਹ ਤੇ ਕੋਈ ਰਾਹੀ ਚੱਲ ਰਿਹਾ ਹੈ, ਉਹਦੇ ਸੈਨਿਕਾਂ ਨੇ ਫੜ ਕੇ ਲਿਆਉਣਾ ਤੇ ਕੰਧ ਬਣਵਾ ਲੈਣੀ। ਬਾਬਾ ਫਰੀਦ ਸਾਹਿਬ ਜੀ ਨੂੰ ਬਾਹੋਂ ਫੜਿਆ ਤੇ ਲਾ ਲਿਆ ਉੱਥੇ। ਬਾਬਾ ਫਰੀਦ ਸਾਹਿਬ ਵੀ ਲੱਗ ਗਏ, ਪਰ ਕਹਿੰਦੇ ਐਸੀ ਕਲਾ ਵਾਪਰੀ, ਬਾਬਾ ਫਰੀਦ ਸਾਹਿਬ ਦੀ ਟੋਕਰੀ ਢੋ ਰਹੇ ਸਨ, ਕਿਉਂਕਿ ਅਜ਼ਮਤ ਬੜੀ ਸੀ। ਗੱਲ ਸਾਰੀ ਹੁੰਦੀ ਹੈ ਅਜ਼ਮਤ ਦੀ। ਜਿਹਦੇ ਕੋਲ ਬੰਦਗੀ ਹੁੰਦੀ ਹੈ ਨਾ ਸਾਧ ਸੰਗਤ, ਉਹਦਾ ਜਿਹੜਾ ਪ੍ਰਤਾਪ ਹੁੰਦਾ ਹੈ ਉਹ ਅਲੱਗ ਹੀ ਹੁੰਦਾ ਹੈ। ਕਹਿੰਦੇ ਅਸਲ ਦੇ ਵਿੱਚ ਉਹ ਸੇਵਾ ਕਰਨ ਲੱਗ ਪਏ। ਜਿਵੇਂ ਜਿਵੇਂ ਸੇਵਾ ਕਰਦੇ ਨੇ, ਕਰੀ ਜਾ ਰਹੇ ਨੇ, ਉਹਨਾਂ ਦੇ ਸਿਰ ਤੇ ਜਿਹੜੀ ਟੋਕਰੀ ਰੱਖੀ ਉਹ 2 ਇੰਚ ਉੱਚੀ ਹੈ ਸਿਰ ਨਾਲੋਂ। ਇੱਕ ਨਰ ਨੇ ਆ ਕੇ ਵੇਖ ਲਿਆ ਵੀ ਇਹ ਕੋਈ ਕਾਮਲ ਫਕੀਰ ਜਾਪਦਾ ਹੈ। ਉਹਨੇ ਰਾਜੇ ਨੂੰ ਦੱਸਿਆ, ਰਾਜਾ ਗੇੜਾ ਮਾਰਨ ਲਈ ਆਇਆ। ਕਹਿੰਦੇ ਰਾਜਾ, ਤੇਰੇ ਮਹਿਲ ਦੀ ਦੀਵਾਰ ਨਹੀਂ ਖੜੀ ਹੋਣੀ। ਕਿਉਂ? ਕਹਿੰਦੇ ਜਿੱਥੇ ਫਕੀਰਾਂ ਨੂੰ ਧੱਕੇ ਨਾਲ ਫੜ ਕੇ ਸੇਵਾ ਤੇ ਲਾਇਆ ਜਾਂਦਾ ਹੋਏ ਨਾ, ਐਸੇ ਮਹਿਲ ਨਹੀਂ ਕਦੇ ਉਸਰੇ। ਜਿਹੜੇ ਮਹਿਲ ਦੀਆਂ ਨੀਹਾਂ ਵਿੱਚ ਫਕੀਰਾਂ ਨੂੰ ਦੁੱਖ ਦਿੱਤਾ ਜਾਣ ਲੱਗਿਆ ਹੋਏ, ਇਹ ਨਹੀਂ ਉਸਰਨੇ। ਰੱਬ ਦੀ ਐਸੀ ਭਾਵੀ ਬਣੀ, ਉਹ ਮਹਿਲ ਦੀ ਜਿਹੜੀ ਦੀਵਾਰ ਅਗਲੇ ਦਿਨ ਹੀ ਪਟ ਗਈ, ਥੱਲੇ ਡਿੱਗ ਗਈ। ਰਾਜੇ ਨੇ ਬਾਬਾ ਫਰੀਦ ਸਾਹਿਬ ਜੀ ਕੋਲ ਬੇਨਤੀ ਕੀਤੀ, ਸਤਿਕਾਰ ਕੀਤਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਭਾਈ, ਆ ਜਿਨ੍ਹਾਂ ਨੂੰ ਤੂੰ ਫੜ ਕੇ ਲਾਇਆ ਹੈ, ਕੋਈ ਆਪਣੇ ਘਰੋਂ ਤੁਰਿਆ ਆਪਣੇ ਬੱਚਿਆਂ ਨੂੰ ਛੱਡ ਕੇ ਦਿਹਾੜੀ ਕਰਨ ਲਈ, ਉਹਦੇ ਬੱਚੇ ਡੀਕਦੇ ਹੋਣਗੇ ਰੋਟੀ ਲਈ, ਸਾਡਾ ਪਿਓ ਆਏਗਾ, ਰੋਟੀ ਲੈ ਕੇ ਆਏਗਾ। ਇੱਥੇ ਤੂੰ ਧੱਕੇ ਨਾਲ ਦਿਹਾੜੀ ਤੇ ਲਾਇਆ ਹੈ। ਜਿਸ ਦਿਨ ਤੂੰ ਛੱਡੇਗਾ, ਬੱਚਿਆਂ ਤੇ ਆਪਣੇ ਘਰ ਜਾ ਕੇ ਕੀ ਆਖੇਗਾ? ਕਿੰਨੀਆਂ ਆਪਣੀਆਂ ਆਤਮਾਵਾਂ ਨਾਲ ਤੈਨੂੰ ਗਾਲਾਂ ਕੱਢੇਗਾ। ਕਹਿੰਦੇ ਇਹਦੀਆਂ ਤੇ ਇਹਦੇ ਬੱਚਿਆਂ ਦੀਆਂ ਆਤਮਾਵਾਂ ਦਾ ਵਹਿਣ ਤੂੰ ਕਿੱਥੇ ਭਰੇਗਾ? ਕਹਿੰਦੇ ਐਸੇ ਕਿਲੇ ਕਦੀ ਰਹਿਣਗੇ? ਕਹਿੰਦੇ ਯਾਦ ਰੱਖੀ, ਅੱਜ ਤੇ ਬਣਾ ਲਏਗਾ, ਕੱਲ ਨੂੰ ਇੱਥੇ ਕਾਬਜ਼ ਵੀ ਕੋਈ ਹੋਰ ਹੀ ਹੋ ਜਾਣਾ ਹੈ। ਕਹਿੰਦੇ ਦੂਜੀ ਗੱਲ ਸੁਣ, ਕਈ ਯਾਤਰੂ ਕੋਈ ਮੌਤ ਦੀ ਖਬਰ ਲੈ ਕੇ ਜਾ ਰਿਹਾ ਹੈ, ਕੋਈ ਪਹਿਲਾਂ ਤੇ ਅੱਜ ਕੋਲ ਟੈਲੀਫੋਨ ਨੇ, ਕਹਿੰਦੇ ਕੋਈ ਆ ਰਿਹਾ ਕੋਈ ਜਾ ਰਿਹਾ ਹੈ, ਉਹਨਾਂ ਨੂੰ ਫੜ ਕੇ ਲਾਇਆ ਹੈ, ਕਿਸੇ ਦੀ ਕੋਈ ਖਬਰ ਨਹੀਂ ਅੱਗੇ ਪਹੁੰਚ ਰਹੀ। ਏਡਾ ਅਨਰਥ ਕਰ ਰਿਹਾ ਤੂੰ। ਰਾਜਾ ਬਾਬਾ ਫਰੀਦ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ। ਕਹਿੰਦੇ ਮੈਨੂੰ ਐਤਕੀ ਮਾਫ ਕਰ ਦਿਓ। ਕਹਿੰਦੇ ਚੱਲ ਐਤਕੀ ਤੈਨੂੰ ਮਾਫ ਕੀਤਾ, ਚੱਲ ਤੇਰੇ ਪਿਛਲੇ ਔਗਣ ਬਖਸ਼ ਦੇਣਗੇ, ਅੱਗੋਂ ਐਸਾ ਕੰਮ ਨਹੀਂ ਕਰਨਾ। ਪਰ ਗੁਰੂ ਮਹਾਰਾਜ ਜੀ ਐਸਾ ਨਹੀਂ, ਜਿਹੜੇ ਦਿਹਾੜੀ ਵਾਲੇ ਨੇ, ਜਿਹੜੇ ਮਿਹਨਤੀ ਨੇ, ਉਹਨਾਂ ਨੂੰ ਮਿਹਨਤ ਦਿੰਦੇ ਨੇ। ਜਿਹੜੇ ਸੇਵਾ ਕਰਨੀ ਚਾਹੁੰਦੇ ਨੇ ਸੇਵਾ ਕਰਦੇ ਨੇ। ਇਹ ਕਹਿੰਦੇ ਨੇ, ਬਕਾਇਦਾ ਪੁੱਛਦੇ ਨੇ, ਭਾਈ ਜਿਹਨੇ ਸੇਵਾ ਕਰਨੀ ਹੈ ਉਹ ਸੇਵਾ ਕਰੋ, ਜਿੰਨੇ ਪੈਸੇ ਲੈਣੇ ਨੇ ਉਹ ਪੈਸਾ ਲੈ ਲਓ। ਇਹ ਨਹੀਂ ਹੈ ਵੀ ਇੱਥੇ ਫਰੀ 'ਚ ਹੀ ਅਸੀਂ ਕਰਾਵਾਂਗੇ ਸਾਰਿਆਂ ਕੋਲ। ਜਿਹਦੇ ਘਰ ਦੇ ਵਿੱਚ ਕੋਈ ਕਮੀ ਹੈ, ਜੇ ਉਹ ਉਵੇਂ ਕਾਰ ਕਰਨੀ ਚਾਹੁੰਦਾ ਹੈ, ਉਹ ਵੀ ਕਰ ਸਕਦਾ ਹੈ। ਲੰਗਰ ਤੇ ਆਹਾਰ ਮਨ ਭਾਵਤ, ਲੇਕਰ ਸੋ ਪੀਤ ਹੈ ਤੇ ਖਾਵਤ। ਪਰ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵੀ ਲੰਗਰ ਉੱਥੋਂ ਹੀ ਛਕਦੇ ਨੇ। ਕਿਉਂਕਿ ਸਾਧ ਸੰਗਤ ਅੱਜ ਦਾ ਜਿਹੜਾ ਸਮਾਂ ਹੋ ਗਿਆ ਨਾ, ਮਨੁੱਖ ਦੀ ਜਿਹੜੀ ਬੁੱਧੀ ਹੈ ਇਹਦੇ ਤੇ ਨਾ, ਇਹ ਜਿਹੜੇ 5 ਵਿਕਾਰ ਨੇ ਇੰਨੇ ਕੁ ਹਾਵੀ ਹੋ ਗਏ ਨੇ, ਇਹਨੂੰ ਅਰਥ ਤੇ ਅਨਰਥ ਦਾ ਗਿਆਨ ਹੀ ਨਹੀਂ ਹੋ ਰਿਹਾ। ਇਹਦੇ ਵਾਸਤੇ ਸੱਚ ਕੀ ਹੈ, ਝੂਠ ਕੀ ਹੈ, ਨਹੀਂ ਪਤਾ। ਕਿਉਂਕਿ ਦਿਮਾਗ ਦੇ ਉੱਤੇ ਮਨੁੱਖ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੜੇ ਜ਼ਿਆਦਾ ਹਾਵੀ ਹੋ ਗਏ ਨੇ। ਜਦੋਂ ਮਨੁੱਖ ਦੇ ਸਿਰ ਤੇ ਲੋਭ ਹਾਵੀ ਹੁੰਦਾ ਹੈ, ਨਿਸ਼ਾਨੀ ਬੁੱਧੀ ਖਿੱਚੀ ਜਾਂਦੀ ਹੈ। ਭਾਵੇਂ ਚਲਾਕੀ ਦੇ ਉਹਦੇ ਕੋਲ ਬੜੀ ਹੁੰਦੀ ਹੈ,
ਦੁਨਿਆਵੀ ਤੌਰ ਤੇ ਚਲਾਕੀਆਂ ਬੜੀਆਂ ਨੇ, ਪਦਾਰਥ ਬੜੇ ਇਕੱਠੇ ਕਰ ਸਕਦਾ ਹੈ, ਪਰ ਪਰੇਸ਼ਾਨੀ ਨਹੀਂ ਦੂਰ ਹੋਏਗੀ, ਕਿਉਂਕਿ ਪਦਾਰਥਾਂ ਨਾਲ ਪਰੇਸ਼ਾਨੀਆਂ ਨਹੀਂ ਦੂਰ ਹੁੰਦੀਆਂ। ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਿਉਂ-ਜਿਉਂ ਦੁਨੀਆ ਕਲਹ ਦੇ ਯੁੱਗ ਵਿੱਚ ਐਂਟਰ ਕਰ ਰਹੀ ਹੈ, ਮਨੁੱਖ ਦੇ ਅੰਦਰੋਂ ਅਸ਼ਾਂਤੀ ਅਸ਼ਾਂਤੀ ਹੈ। ਬਸ ਜਿਹਨੂੰ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ। ਜੇ ਤਨ ਬਾਣੀ ਵਿਸਰ ਜਾਏ, ਜਿਹੜੇ ਮਨੁੱਖ ਨੂੰ ਪ੍ਰਭੂ ਦੀ ਬੰਦਗੀ ਵਿਸਰ ਜਾਂਦੀ ਹੈ, ਰੱਬ ਦਾ ਨਾਮ ਵਿਸਰ ਜਾਂਦਾ ਹੈ, ਜਿਉਂ ਪੱਕਾ ਰੋਗੀ ਵਿਲਾਏ, ਜਿਵੇਂ ਕੋਹੜ ਦਾ ਰੋਗੀ ਰੋਂਦਾ ਹੈ ਨਾ, ਐਵੇਂ ਰੋਂਦਾ ਹੈ। ਇਸ ਕਰਕੇ ਮਨੁੱਖ ਇਹ ਸੋਚਦਾ ਹੈ, ਮੈਂ ਕਈ ਵਾਰੀ ਇਹ ਸੋਚਦਾ, ਆ ਪਸ਼ੂ ਨੇ, ਪੰਛੀ ਨੇ, ਦੇਖੋ ਇਹ ਰੱਬ ਦੇ ਹੁਕਮ ਵਿੱਚ ਰਹਿ ਰਹੇ ਨੇ ਤੇ ਆਨੰਦ ਵਿੱਚ ਨੇ, ਇਹ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਨਹੀਂ। ਕਦੀ ਵੇਖਿਓ ਪੰਛੀ ਆਨੰਦ ਮਾਣਦੇ ਫਿਰਦੇ ਨੇ, ਤੇ ਕਈ ਵਾਰੀ ਇਹ ਵੇਖੀਏ ਵੀ ਨਾ, ਪੰਛੀਆਂ ਨੂੰ ਵੇਖ ਲਓ, ਇਹ ਚਿੰਤਾ ਵੀ ਨਹੀਂ ਹੈਗੀ ਵੀ ਸਾਨੂੰ ਕੱਲ੍ਹ ਨੂੰ ਕੌਣ ਖਵਾਏਗਾ। ਪੰਛੀਆਂ ਨੇ ਭੜੋਲੇ ਨਹੀਂ ਲਾਏ, ਆਟਾ ਇਕੱਠਾ ਨਹੀਂ ਕੀਤਾ ਉਹਨਾਂ ਨੇ। ਸਵੇਰੇ ਉੱਠਦੇ ਨੇ, ਇੱਕ ਥਾਂ ਤੋਂ ਜਾਂਦੇ ਨੇ ਤੇ ਦੂਜੇ ਥਾਂ ਤੇ ਛਾਲਾ ਹੀ ਮਾਰਦੇ ਫਿਰਦੇ ਨੇ। ਤੇ ਕਦੀ ਇਹ ਵੀ ਵੇਖਣਾ, ਜਿਹੜੇ ਪਸ਼ੂ ਤੁਰੇ ਫਿਰਦੇ ਨੇ ਇਹ ਵੀ ਇਵੇਂ ਨੇ। ਪਰ ਇੱਕ ਮਨੁੱਖ ਹੈ, ਇਹਨੇ ਇਕੱਠਾ ਵੀ ਕੀਤਾ ਤੇ ਪਰੇਸ਼ਾਨੀ ਵੀ ਹੈ, ਦੋਵੇਂ ਚੀਜ਼ਾਂ ਨੇ। ਇਸ ਕਰਕੇ ਕਿਹਾ ਜਾਂਦਾ ਹੈ ਵੀ ਇਹਦੇ ਕੋਲ ਏਡਾ ਦਿਮਾਗ ਪਰਮਾਤਮਾ ਨੇ ਦਿੱਤਾ, ਫਿਰ ਵੀ ਇਹ ਪਰੇਸ਼ਾਨੀ 'ਚ। ਇਹਦਾ ਕਾਰਨ ਕੀ ਹੈ? ਇਹਦੇ ਤੇ ਵਿਕਾਰ ਹਾਵੀ ਹੋ ਗਏ ਨੇ, ਇਸ ਨੂੰ ਪਰਮੇਸ਼ਰ ਭੁੱਲ ਗਿਆ ਹੈ। ਦੇਗ ਵਿਸਾਲ ਹੋਣ ਸਭ ਲਾਗੀ, ਅੰਨ ਹੈ ਅੰਨ ਸਿੱਖਿਆ ਵੱਡ ਭਾਗੀ। ਵੱਡੀ ਦੇਗ ਹੋਣ ਲੱਗੀ, ਲੰਗਰ ਬੜਾ ਵਰਤਣ ਲੱਗਿਆ, ਸਿੱਖ ਬੜਾ ਜ਼ਿਆਦਾ ਰਸ ਜਿਹੜੀ ਉਹ ਲੈ ਕੇ ਆਉਂਦੇ ਹਨ। ਕੇਤਕ ਦਾਸ ਦਰਬ ਲੈ ਆਏ, ਬੈਠ ਮਿਹਨਤੀ ਦੇਤ ਲਗਾਏ। ਕਿੰਨੇ ਕ ਦਾਸ ਨੇ, ਉਹ ਪੈਸਾ ਲੈ ਕੇ ਆਉਂਦੇ ਨੇ, ਉਹ ਕਹਿੰਦੇ ਨੇ ਵੀ ਸਾਡੇ ਕੋਲ ਤਾਂ ਸੇਵਾ ਨਹੀਂ ਹੁੰਦੀ, ਅਸੀਂ ਮਿਹਨਤੀ ਦੇ ਦਿੰਦੇ ਹਾਂ, ਵੀ ਅਸੀਂ ਆਪਣੀ ਥਾਂ ਤੇ ਕਿਸੇ ਹੋਰ ਨੂੰ ਪੈਸਾ ਦੇ ਕੇ ਭੇਜ ਦਿੰਦੇ ਹਾਂ। ਰਹਿ ਬਾਵਲੀ ਥਲ ਵੱਡ ਭੀਰ, ਕਬ ਕਬ ਸਤਿਗੁਰ ਬੈਠੈ ਤੀਰ। ਸੰਗਤ ਬੜੀ ਸੇਵਾ ਕਰਦੀ ਹੈ, ਲੋਕ ਬੜੇ ਇਕੱਠੇ ਹੋ ਗਏ, ਕਈ ਵਾਰੀ ਗੁਰੂ ਸਾਹਿਬ ਜੀ ਵੀ ਜਾ ਕੇ ਉੱਥੇ ਬੈਠਦੇ ਹਨ। ਤਨ ਤੇ ਸੇਵਹਿ ਗੁਰ ਕੋ, ਪ੍ਰੇਮ ਕਰਹਿ ਦੀਰਕ ਨਰ ਉਰ ਕੋ। ਮਨੁੱਖ ਮਨ ਕਰਕੇ, ਧਨ ਕਰਕੇ, ਤਨ ਕਰਕੇ ਗੁਰੂ ਸਾਹਿਬ ਜੀ ਦੇ ਦਵਾਰੇ ਤੇ ਸੇਵਾ ਕਰ ਰਹੇ ਹਨ। ਕਾਲਹਿ ਕਾਲ ਲਹਿ ਫਲ ਚਾਹਾ, ਹਲਤ ਫਲਤ ਕੋ ਦੀਰਕ ਲਾਹਾ। ਜਿਹੜੇ ਕਮਾਈ ਕਰਦੇ ਨੇ ਉਹ ਮਨ ਚਾਹਿਆ ਜਿਹੜਾ ਫਲ ਹੈ ਉਹ ਪ੍ਰਾਪਤ ਕਰ ਰਹੇ ਹਨ। ਸੁਣ ਸੁਣ ਸੁਧ ਕੋ ਸਿੱਖ ਉਤਲਾਵਤ, ਕਰਤ ਚੌਂਪ ਚਿਤ ਤਿਸ ਥਲ ਆਵਤ। ਸੁਣ ਸੁਣ ਕੇ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਜਨਮ ਮਰਨ ਦੋਵੇਂ ਕੱਟੇ ਜਾਂਦੇ ਨੇ, ਕਿਉਂਕਿ ਸਾਧ ਸੰਗਤ ਦੋ ਹੀ ਦੁਨੀਆ ਦੇ ਉੱਤੇ ਤਰੀਕੇ ਨੇ ਪਰਮਾਤਮਾ ਤੇ ਪਹੁੰਚਣ ਦੇ, ਜ਼ਿੰਦਗੀ ਵਿੱਚ ਸੁੱਖ ਲਿਆਉਣ ਦੇ, ਸੇਵਾ ਤੇ ਸਿਮਰਨ। ਪਰ ਮਨੁੱਖ ਦੀ ਹਾਲਾਤ ਇਹ ਹੈ, ਇਹ ਕੋਈ ਵੀ ਕੰਮ ਹੈ ਜਦੋਂ ਸ਼ੁਰੂ ਕਰਦਾ ਉਹਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ, ਜਿਵੇਂ ਜਿਵੇਂ ਅੱਗੇ ਚੱਲੀ ਜਾਂਦਾ ਹੈ ਇਹਨੂੰ ਰਾਹ, ਕਿਉਂਕਿ ਜ਼ਿੰਦਗੀ ਹੈ। ਹੁਣ ਜਿਵੇਂ ਇੱਥੋਂ ਅੰਮ੍ਰਿਤਸਰ ਜਾਣਾ ਹੈ, ਘਰੋਂ ਤੁਰਾਂਗੇ ਅੰਮ੍ਰਿਤਸਰ ਦੇ ਉਤਸ਼ਾਹ ਵਿੱਚ, ਹੁਣ ਕੁਰੂਕਸ਼ੇਤਰ ਜਾ ਕੇ ਕੋਈ ਦੂਜਾ ਸਟੋਪੇਜ ਆ ਗਿਆ, ਅੱਧਾ ਘੰਟਾ ਉੱਥੇ ਖਲੋ ਗਏ। ਘਰੋਂ ਤੁਰਦਾ ਉਤਸ਼ਾਹ ਨਾਲ ਹੈ, ਕੋਈ ਵੀ ਕੰਮ ਪਹਿਲਾਂ ਕਰੇਗਾ ਉਤਸ਼ਾਹ ਨਾਲ, ਜਿਵੇਂ ਸ਼ੁਰੂ 'ਚ ਬੋਰ ਕਰਨ ਲੱਗੀ ਹੈ ਨਾ, ਉਤਸ਼ਾਹ ਨਾਲ ਤੇ ਕਰਦਾ ਹੈ, ਵਿੱਚ ਖਲੋ ਜਾਂਦਾ। ਜਿਵੇਂ ਕੋਈ ਬੋਰਵੈਲ ਕਰ ਰਿਹਾ ਸੀ, ਪਹਿਲਾਂ ਉਹਨੇ ਜਦੋਂ ਕੀਤਾ ਨਾ ਸ਼ੁਰੂ, ਇੱਟਾਂ ਆਈਆਂ, ਪੱਥਰ ਆਏ, ਕੰਕਰ ਆਏ, ਸੋਚਦਾ ਪਾਣੀ ਨਹੀਂ ਹੈ ਥੱਲੇ। ਪਰ ਕੋਈ ਵੀ ਕੰਮ ਸ਼ੁਰੂ ਕਰੀਏ ਪਹਿਲਾਂ ਮੁਸ਼ਕਿਲਾਂ ਹੀ ਨੇ, ਪਹਿਲਾਂ ਇੱਟਾਂ ਪੱਥਰ ਹੀ ਆਉਣੇ ਨੇ ਅੱਗੇ, ਫਿਰ ਮਿੱਟੀ ਆਉਣੀ ਹੈ, ਫਿਰ ਰੇਤਾ ਆਉਣੀ ਹੈ, ਫਿਰ ਜਾ ਕੇ ਕਿਤੇ ਪਾਣੀ ਆਉਂਦਾ ਹੈ। ਪਰ ਜਿਵੇਂ ਥੋੜ੍ਹੀ ਜਿਹੀ ਮਿੱਟੀ ਕੰਕਰ ਆਉਂਦੇ ਨੇ, ਰੱਬ ਦਾ ਨਾਂ ਲਿਆ, 15 ਕੁ ਦਿਨ ਲਿਆ, 20 ਦਿਨ ਲਿਆ, ਇਹਨੂੰ ਲੱਗਦਾ ਕੁਛ ਨਹੀਂ ਹੋਇਆ। ਕਈ ਵਾਰੀ ਬੇਨਤੀ ਕੀਤੀ ਸਾਧ ਸੰਗਤ, ਸਿਰ ਦੇ ਉੱਤੇ ਨਾ 100 ਕਿਲੋ ਵਜ਼ਨ ਰੱਖਿਆ ਹੋਏ ਤੇ ਉਹਦੇ ਵਿੱਚੋਂ 2 ਕਿਲੋ ਘੱਟ ਕਰ ਦੇ, ਕੋਈ ਫਰਕ ਪਏਗਾ? ਕੋਈ ਫਰਕ ਨਹੀਂ ਪੈਣਾ। ਕਿਉਂ? 2 ਕਿਲੋ ਹੈ। ਜਿਸ ਦਿਨ 20 ਕਿਲੋ ਘੱਟ ਹੋ ਜਾਏਗਾ ਉਸ ਦਿਨ ਲੱਗੇਗਾ ਕੋਈ ਸਿਰ ਤੋਂ ਲੈ ਗਿਆ। ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਮ ਹੀ ਐਸੇ ਕਮਾਏ ਨੇ, ਪੁਰਾਣੇ ਕੋਈ ਤੁਰੇ ਆਉਂਦੇ ਨੇ,
15-20 ਦਿਨਾਂ 'ਚ ਕੁਝ ਨਹੀਂ ਹੁੰਦਾ। ਇਹ ਤੇ ਨਿਰੰਤਰ ਆਪਣੇ ਮਨ ਨੂੰ ਮਾਰ ਕੇ ਤੁਰਨਾ ਪੈਂਦਾ ਹੈ। ਇਹ ਤੇ ਇੱਕ ਭਗਤੀ, ਤਾਂ ਹੀ ਤੈਨੂੰ ਕਹਿੰਦੇ ਨੇ ਮਨ ਨੂੰ ਮਾਰਨਾ। ਪਰ ਮਨੁੱਖ ਦੀ ਹਾਲਾਤ ਇਹ ਹੈ, ਇੱਕ ਵਾਰੀ ਇੱਥੇ 20 ਮਿੰਟ ਲਾ ਲਏ, 15 ਕੁ ਦਿਨ ਜਪਿਆ, 4 ਮਹੀਨੇ ਜਪਿਆ ਹੀ ਨਾ, 4-5 ਮਹੀਨੇ ਯਾਦ ਹੀ ਨਾ ਕੀਤਾ ਕੌਣ ਰੱਬ ਹੈ, ਕਿੱਥੇ ਵਸਦਾ, ਕੋਈ ਪਤਾ ਨਹੀਂ। ਫਿਰ 5-4 ਮਹੀਨਿਆਂ ਬਾਅਦ 15 ਕੁ ਦਿਨ ਫਿਰ ਲਾ ਲਏ। ਫਿਰ ਅੰਤ ਦੇ ਵਿੱਚ ਕਹਿੰਦਾ ਮੈਂ ਬੜਾ ਰੱਬ ਦਾ ਨਾਂ ਜਪਿਆ, ਮੈਨੂੰ ਤੇ ਕੁਝ ਮਿਲਿਆ ਹੀ ਨਹੀਂ। ਉਹਨੂੰ ਕੋਈ ਪੁੱਛੇ ਕਿੰਨਾ ਕੁ ਜਪ ਲਿਆ ਬਈ, ਬੜਾ ਕਿੰਨਾ ਕੁ ਜਪਿਆ? ਜਦੋਂ ਤਾਈਂ ਇਕਾਗਰਤਾ ਨਾਲ ਨਹੀਂ ਨਾ ਜਪੇਗਾ, ਲਗਾਤਾਰ ਨਹੀਂ ਜਪੇ, ਕੁਝ ਨਹੀਂ ਮਿਲਣਾ। ਇੱਥੇ ਬੋਰ ਕੀਤਾ, 10 ਫੁੱਟ ਇੱਥੇ ਪੁੱਟ ਲਿਆ, ਇੱਥੋਂ ਮਸ਼ੀਨ ਕੱਢੀ ਅੱਗੇ ਪੁੱਟ ਲਿਆ 10 ਫੁੱਟ ਉੱਤੇ, ਫਿਰ 10 ਫੁੱਟ ਅੱਗੇ, 5-4 ਥਾਵਾਂ ਤੇ 10-10 ਕਰ ਲਿਆ। ਜੇ ਇੱਕੋ ਥਾਂ ਤੇ ਕਰ ਲੈਂਦਾ ਇੰਨੇ 40 ਹੋ ਜਾਣਾ ਸੀ, ਉੱਥੋਂ ਹੀ ਪਾਣੀ ਆ ਜਾਣਾ ਸੀ। ਇੰਨੇ 'ਚ ਰੱਬ ਤਿਆਰ ਹੁੰਦਾ ਹੈ। ਵੇਖੋ, ਜਦੋਂ ਤਾਈਂ ਰੱਬ ਤਿਆਰ ਨਹੀਂ, ਮਨੁੱਖ ਤਿਆਰ ਹੈ। ਇੰਨੇ 'ਚ ਰੱਬ ਤਿਆਰ ਹੋਣ ਲੱਗਦਾ, ਇੰਨੇ 'ਚ ਬੰਦਾ ਭੱਜ ਜਾਂਦਾ। ਇੰਨੇ 'ਚ ਕਿਤੇ ਰੱਬ ਦੇ ਜੀਵ ਵਿੱਚ ਆਉਂਦੀ ਆ ਵੀ ਇਹਨੂੰ ਕੁਝ ਦੇ ਦੇਗੀ, ਇਹਦੇ ਕਰਮ ਵਧੇ ਨੇ, ਇੰਨੇ ਨੇ ਮਨੁੱਖ ਪਿੱਛੇ ਪੈਰ ਰੱਖ ਲੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਕਰੇ। ਰਿਜ਼ਲਟ ਕੋਈ ਵੀ ਦੁਨੀਆ ਤੇ ਬੀਜ ਲਓ, ਕੋਈ ਵੀ, ਭਾਵੇਂ ਉਹ ਫਲਾਂ ਦਾ ਹੈ, ਭਾਵੇਂ ਕੋਈ ਵੀ ਹੈ, ਉਸ ਫਲ ਦਾ ਬੀਜ ਬੀਜਾਂਗੇ, ਫਲ ਜ਼ਰੂਰ ਮਿਲੇਗਾ। ਉਹ ਵੱਖਰੀ ਗੱਲ ਹੈ। ਮੈਂ ਕਈ ਵਾਰੀ ਬੇਨਤੀ ਕੀਤੀ, ਕਈ ਬੀਜ ਅੱਜ ਬੀਜੋ, ਤੀਜੇ ਦਿਨ ਨਿਕਲ ਪੈਂਦੇ ਨੇ। ਕਈ ਰੁੱਖਾਂ ਨੂੰ ਸਾਲ ਲੱਗਦਾ, ਕਈਆਂ ਨੂੰ 4-4 ਸਾਲ ਲੱਗ ਜਾਂਦੇ ਨੇ ਫਲ ਆਉਂਦਿਆਂ। ਪਰ ਐਸਾ ਨਹੀਂ ਹੈ, ਫਲ ਆਉਂਦਾ ਜ਼ਰੂਰ ਹੈ। ਔਰ ਬਾਣੀ ਤੇ ਕਹਿੰਦੀ ਹੈ, ਰੱਬ ਦਾ ਤੇ ਇਹ ਸਿਧਾਂਤ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਜੇ ਕਿਤੇ ਰੱਬ ਦਾ ਨਾਂ ਲੈ ਕੇ ਇੱਕ ਡੱਕਾ ਵੀ ਮਨੁੱਖ ਨੇ ਭੰਨ ਲਿਆ, ਰੱਬ ਤੇ ਉਹ ਘਾਲ ਨਹੀਂ ਅਜਾਈ ਜਾਣ ਦਿੰਦਾ। ਤੇ ਜਿਹੜੇ ਦਿਨ ਰਾਤ ਉਹਦਾ ਨਾਂ ਲੈਂਦੇ ਨੇ, ਉਹਨਾਂ ਦੀਆਂ ਤੇ ਗੱਲਾਂ ਹੀ ਹੋਰ ਨੇ। ਇਹ ਐਸਾ ਨਹੀਂ ਹੁੰਦਾ। ਇਸ ਕਰਕੇ ਅਸਲ ਦੇ ਵਿੱਚ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਕਾਰਜ ਕਰਨਾ ਹੈ, ਪਰਮਾਤਮਾ ਦੇ ਅਰਥ ਕਰਨਾ ਹੈ, ਮਨੁੱਖ ਨੂੰ ਬੜੇ ਸਿੱਧਕ ਉਤਸ਼ਾਹ ਦੇ ਨਾਲ ਲਗਾਤਾਰ ਲੱਗੇ ਰਹਿਣਾ ਚਾਹੀਦਾ ਹੈ। ਲਵਪੁਰ ਆਦ ਨਗਰ ਗਨ ਜੋਈ, ਗ੍ਰਾਮ ਪ੍ਰਿੰਦ ਮੈਂ ਇਹ ਸੁਧ ਹੋਈ। ਲਾਹੌਰ ਤੇ ਹੋਰ ਨਗਰਾਂ ਦੇ ਜਿਹੜੇ ਮਨੁੱਖ ਨੇ, ਉਹ ਵੀ ਉੱਥੇ ਆਉਂਦੇ ਨੇ। ਸਾਧ ਸੰਗਤ, ਜਿਵੇਂ ਅਸੀਂ ਵੇਖਦੇ ਹਾਂ, ਆਪਣਾ ਇੱਕ ਬੱਚਾ ਹੈ, ਉਹ ਹੈ ਜੇ 4ਥੀ ਕਲਾਸ 'ਚ ਹੈ। ਜੇ ਉਹ ਕਹੇ ਵੀ ਮੈਂ ਨੌਕਰੀ ਕਰਨੀ ਹੈ, ਅਸੀਂ ਉਹਨੂੰ ਕਹਾਂਗੇ ਨਹੀਂ, ਅਜੇ 5ਵੀਂ ਕਰ, 6ਵੀਂ ਕਰ, 12ਵੀਂ ਕਰ। ਵੇਖੋ, ਉਹਨੂੰ ਜੋਬ ਤੇ ਮਿਲਣੀ ਹੈ, ਪਰ ਉਹਦੇ ਵਾਸਤੇ 25 ਸਾਲ ਦਾ ਉਹਨੂੰ ਇੰਤਜ਼ਾਰ ਕਰਨਾ ਪੈਂਦਾ ਹੈ। 25 ਸਾਲ ਪਹਿਲਾਂ ਭਗਤੀ ਕਰਨੀ ਉਹਨੇ ਪੜ੍ਹਾਈ ਦੀ, ਫਿਰ ਜਾ ਕੇ ਕੁਝ ਮਿਲੇਗਾ ਜਾਂ ਨਹੀਂ ਮਿਲੇਗਾ, ਉਹ ਅਗਲੀ ਗੱਲ ਹੈ। ਪਰ 25 ਸਾਲ ਇੱਕ ਆਸ ਦੇ ਵਿੱਚ ਹੀ ਤਪ ਕਰਦਾ ਨਾ। ਐਸੀ ਆਸ ਕਿਤੇ ਰੱਬ ਤੇ 25 ਸਾਲ ਕਰ ਲਏ ਨਾ, 25 ਸਾਲ ਇੱਧਰ ਲਾ ਲਏ। ਵੈਸੇ ਤੇ 25 ਸਾਲ ਤੇ ਬੜੇ ਜ਼ਿਆਦਾ ਨੇ। ਜਿੰਨਾ ਕੁ ਤਪ ਉੱਧਰ ਕਰ ਰਿਹਾ ਹੈ, ਉਹਦੇ ਨਾਲ ਕਿਤੇ ਘੰਟਾ ਇੱਧਰ ਵੀ ਤਪ ਕਰ ਲਏ ਨਾ, 25 ਸਾਲ, ਬਹੁਤ ਵੱਡਾ, ਬਹੁਤ ਕੁਝ ਪ੍ਰਾਪਤ ਹੋ ਜਾਏਗਾ। ਕੁਛ ਨਹੀਂ, ਬਹੁਤ ਕੁਛ। ਪਰ ਉਧਰ ਇੱਕ ਉਤਸ਼ਾਹ ਹੈ। ਅੱਜ 5ਵੀਂ 'ਚ ਹੋ ਗਿਆ, ਘਰ ਦੇ ਵੀ ਖੁਸ਼ ਨੇ। ਕਿਉਂ? ਉਹ ਦਿਨ ਨੇੜੇ ਆ ਰਿਹਾ। ਘਰਦਿਆਂ ਨੂੰ ਲੱਗਦਾ ਵੀ ਉਹ ਕਾਮਯਾਬੀ ਵਾਲਾ ਦਿਨ ਨੇੜੇ ਆ ਰਿਹਾ ਹੈ। ਆਸ ਵਿੱਚ ਹੀ ਜੀ ਰਹੇ ਨੇ ਘਰ ਦੇ। ਪਰ ਇੱਕ ਜਗਿਆਸੂ ਵੀ ਜੇ ਕਿਤੇ ਰੱਬ ਦੇ ਨਾਂ ਤੇ ਇਵੇਂ ਹੀ ਆਸ ਬਣ ਕੇ ਤੁਰੀ ਜਾਏ, ਤੇ ਇਹ ਸੋਚੇ ਇੱਕ ਦਿਨ ਆਏਗਾ, ਇੱਕ ਦਿਨ